ਨਮਸਕਾਰ दैनिक सवेरा टीवी देख रहे ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਅੱਜ 25ਵੀਂ ਬਰਸੀ ਹੈ। 25 ਸਾਲ ਪਹਿਲੇ 1995 31 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਸਿਵਲ ਸੈਕਟਰੀਏਟ ਦੇ ਬਾਹਰ ਬੰਬ ਬਲਾਸਟ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਪੰਜਾਬ ਭਰ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਬੇਅੰਤ ਸਿੰਘ ਦੀ ਬਰਸੀ ਵੀ ਮਨਾਈ ਤੇ 6 ਫॉर ਜਸਟਿਸ ਅਤਵਾਦੀ ਜਥੇਬੰਦੀ ਦੇ ਕਹਿਣ ਤੇ ਬੇਅੰਤ ਸਿੰਘ ਦੇ ਕਾਤਿਲ ਦਿਲਾਵਰ ਸਿੰਘ ਦੇ ਲਈ ਅਰਦਾਸ ਵੀ ਕੀਤੀ ਗਈ। ਐਸਐਫਜੇ ਦੇ ਸੱਦੇ ਦੇ ਉੱਤੇ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਦਾ ਸੂਬੇ ਦੇ ਵਿੱਚ ਕੋਈ ਅਸਰ ਨਜ਼ਰ ਨਹੀਂ ਆਇਆ। ਪਰ ਬੇਅੰਤ ਸਿੰਘ ਹੁਣਾਂ ਦਾ ਪਰਿਵਾਰ ਇਸ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇ ਨਾਲ ਦੇਖ ਰਿਹਾ ਹੈ, ਇਹ ਅਹਿਮ ਹੈ। ਜਿਸ ਪਰਿਵਾਰ ਨੇ ਖੁਦ ਅੱਤਵਾਦ ਨੂੰ ਭੋਗਿਆ ਹੈ, ਦੁਬਾਰਾ ਉਸ ਤਰ੍ਹਾਂ ਦੇ ਅਨਸਰਾਂ ਨੂੰ ਜਦੋਂ ਜ਼ਮੀਨ ਦਿੱਤੀ ਜਾ ਰਹੀ ਹੈ ਤੇ ਬੇਅੰਤ ਸਿੰਘ ਦਾ ਪਰਿਵਾਰ ਇਸ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਦੇ ਨਾਲ ਦੇਖ ਰਿਹਾ ਹੈ। ਕੀ ਪੰਜਾਬ ਦੁਬਾਰਾ 80 ਦੇ ਦਹਾਕਿਆਂ ਵੱਲ ਮੁੜ ਪਾਏਗਾ? ਕਿਉਂਕਿ ਉਸ ਸਮੇਂ ਵੀ ਕਈ ਕੋਸ਼ਿਸ਼ਾਂ ਹੋਈਆਂ ਜਿਨ੍ਹਾਂ ਦੇ ਕਰਕੇ ਪੰਜਾਬ ਨੇ ਲੰਬਾ ਸਮਾਂ ਕਾਲਾ ਦੌਰ ਦੇਖਿਆ। ਸਾਡੇ ਨਾਲ ਖਾਸ ਮਹਿਮਾਨ दैनिक सवेरा ਤੇ ਜੁੜ ਰਹੇ ਨੇ ਬੇਅੰਤ ਸਿੰਘ ਦੇ ਪੋਤੇ ਐਮਐਲਏ ਗੁਰਕੀਰਤ ਸਿੰਘ ਕੋਟਲੀ। ਕੋਟਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਕੋਟਲੀ ਸਾਹਿਬ, ਤੁਸੀਂ ਅੱਜ ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਹੋ 25ਵੀਂ ਬਰਸੀ ਹੈਗੀ, 25 ਸਾਲ ਹੋ ਗਏ ਬੇਅੰਤ ਸਿੰਘ ਹੁਣਾਂ ਦੀ ਸ਼ਹਾਦਤ ਨੂੰ। ਅੱਜ ਜਦੋਂ ਦੁਬਾਰਾ ਤੁਸੀਂ ਬਰਸੀ ਮਨਾ ਰਹੇ ਹੋ ਔਰ ਦੂਸਰੇ ਪਾਸੇ ਬੰਦ ਦੀ ਕਾਲ ਦਿੱਤੀ ਗਈ ਹੈ, ਸਭ ਤੋਂ ਪਹਿਲਾਂ ਕੀ ਆਇਆ ਜ਼ਿਹਨ ਦੇ ਵਿੱਚ? ਦੇਖੋ, ਸਰ ਬੇਅੰਤ ਸਿੰਘ ਜੀ ਨੂੰ ਗਿਆ ਨੂੰ ਅੱਜ 25 ਸਾਲ ਹੋ ਗਏ। ਪਰਿਵਾਰ ਲਈ ਤਾਂ ਉਹਨਾਂ ਦਾ ਚਲਿਆ ਜਾਣਾ ਬਹੁਤ ਵੱਡਾ ਲਾਸ ਸੀਗਾ, ਪਰ ਪੰਜਾਬ ਜਿਹੜਾ ਅੱਜ ਪੂਰੇ ਅਮਨ ਅਮਾਨ ਦੇ ਨਾਲ ਅੱਗੇ ਵਧ ਰਿਹਾ, ਤਾਂ ਉਹਨਾਂ ਦੀ ਔਰ ਉਹਨਾਂ ਦੇ ਸਾਥੀਆਂ ਦੀ ਬਹੁਤ ਵੱਡੀ ਇਹ ਕੁਰਬਾਨੀ ਹੈ ਕਿ ਉਹਨਾਂ ਨੇ ਅੱਤਵਾਦ ਖਤਮ ਕੀਤਾ ਔਰ ਪੰਜਾਬ ਨੂੰ ਤਰੱਕੀ ਦੇ ਲੀਹਾਂ ਤੇ ਲੈ ਕੇ ਆਏ। ਸੋ ਇਸ ਕਰਕੇ ਪਰਿਵਾਰ ਲਈ ਜਿੱਥੇ ਅੱਜ ਇੱਕ ਗਮਗੀਨ ਮਾਹੌਲ ਵੀ ਹੈ, ਉਹਦੇ ਨਾਲ ਨਾਲ ਇੱਕ ਸੰਤੁਸ਼ਟੀ ਵੀ ਹੈ ਕਿ ਉਹਨਾਂ ਦਾ ਜਿਹੜਾ ਬਣਾਇਆ ਹੋਇਆ ਪੰਜਾਬ, ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਜਿਹੜੀ ਆ, ਉਹ ਅੱਜ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਉਵੇਂ ਤਰੋਤਾਜੀ ਆ ਔਰ ਪੰਜਾਬ ਬੜਾ ਭੁੱਗ ਵਸ ਰਿਹਾ। ਤੁਸੀਂ ਕਹਿੰਦੇ ਹੋ ਅਮਨ ਸ਼ਾਂਤੀ, ਪਰ ਜਦੋਂ ਇਸ ਤਰ੍ਹਾਂ 6 ਫॉर ਜਸਟਿਸ ਦੇ ਆਖੇ ਤੇ ਪੰਜਾਬ ਦੇ ਵਿੱਚ ਅੱਜ ਬੰਦ ਦੀ ਕਾਲ ਦਿੱਤੀ ਗਈ ਸੀਗੀ, ਬੰਦ ਦੀ ਕਾਲ ਨੂੰ ਅਸੀਂ ਵੀ ਪੰਜਾਬ ਭਰ ਦੇ ਵਿੱਚੋਂ ਸਾਡੀ ਟੀਮਸ ਨੇ ਕਵਰ ਕੀਤਾ, ਕਿਤੇ ਕੋਈ ਬੰਦ ਦਾ ਅਸਰ ਨਜ਼ਰ ਨਹੀਂ ਆਇਆ। ਪਰ ਜਦੋਂ ਇਹ ਕਾਲ ਦਿੱਤੀ ਗਈ ਸੀ ਉਦੋਂ ਤੁਸੀਂ ਕੀ ਸੋਚਿਆ? ਤੁਹਾਨੂੰ ਲੱਗਦਾ ਕਿ ਇਹ ਦੁਬਾਰਾ ਕਿਸ ਪਾਸੇ ਨੂੰ ਜਾ ਰਿਹਾ ਹੈ? ਦਿਲਾਵਰ ਸਿੰਘ ਦੇ ਨਾਮ ਦੇ ਉੱਤੇ, ਜਿਸ ਨੇ ਇੱਕ ਸਿਟਿੰਗ ਮੁੱਖ ਮੰਤਰੀ ਦਾ ਕਤਲ ਕੀਤਾ, ਉਹਦੇ ਨਾਮ ਤੇ ਕਹਿਣਾ ਕਿ ਸ਼ੋਕ ਦੇ ਵਿੱਚ ਬੰਦ ਰੱਖੋ। ਦੇਖੋ, ਇਹ ਜਿਹੜੀਆਂ ਸੰਸਥਾਵਾਂ ਨੇ ਇਹ ਖਾਲਿਸਤਾਨ ਦੇ ਮੁੱਦੇ ਤੇ ਲੋਕਾਂ ਦੇ ਵਿੱਚ ਇੱਕ ਭਰਮ ਜਿਹਾ ਭੁਲੇਖਾ ਔਰ ਪਾ ਰਹੀਆਂ ਨੇ। ਸੋ ਇਸ ਕਰਕੇ ਜਿਹੜਾ ਖਾਲਿਸਤਾਨ ਦਾ ਮੁੱਦਾ ਨਾ, ਉਹ ਕਦੇ ਪਹਿਲਾਂ ਵੀ ਨਹੀਂ ਸੀ ਰਿਹਾ, ਕਦੇ ਵੀ ਲੋਕਾਂ ਦੇ ਜ਼ਿਹਨ 'ਚ ਨਹੀਂ ਸੀਗਾ, ਕਦੇ ਵੀ ਲੋਕਾਂ ਨੇ ਉਹਨੂੰ ਅਡਾਪਟ ਨਹੀਂ ਸੀ ਕੀਤਾ। ਔਰ ਇਹਨਾਂ ਲੋਕਾਂ ਦੀ ਹਮੇਸ਼ਾ ਹੀ, ਜੇ ਅੱਜ ਤੋਂ ਆਪਾਂ 2 ਦਹਾਕੇ ਪਿੱਛੇ ਚਲੇ ਜਾਈਏ, ਇਹਨਾਂ ਦੀ ਕੋਸ਼ਿਸ਼ ਰਹੀ ਹੈ ਕਿ ਪੰਜਾਬ ਨੂੰ ਕਿਵੇਂ ਮਾਹੌਲ ਉਹਦਾ ਖਰਾਬ ਕੀਤਾ ਜਾਵੇ, ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਆਪਣੇ ਨਾਲ ਲਾਇਆ ਜਾ ਸਕੇ, ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਕੀ ਕਹਿੰਦੇ ਨੇ ਇਸ ਏਜੰਡੇ ਦੇ ਨਾਲ ਜੋੜਿਆ ਜਾ ਸਕੇ। ਪਰ ਉਦੋਂ ਵੀ ਲੋਕਾਂ ਨੇ ਕਦੇ ਵੀ ਇਸ ਏਜੰਡੇ ਨੂੰ ਅਡਾਪਟ ਨਹੀਂ ਸੀ ਕੀਤਾ। ਔਰ ਜਦੋਂ ਅੱਜ ਸਮਾਂ ਲੰਘਦਾ ਜਾ ਰਿਹਾ, ਦੇਖੋ ਪੰਜਾਬ ਦੇ ਵਿੱਚ 2 ਦਹਾਕੇ ਤੋਂ ਵੀ ਵੱਧ ਦਾ ਸਮਾਂ ਅੱਤਵਾਦ ਦਾ ਰਿਹਾ, ਬਹੁਤ ਮਾੜੇ ਦਿਨ ਪੰਜਾਬ ਨੇ ਦੇਖੇ। ਔਰ ਉਸ ਸਮੇਂ ਸਿਕਿਉਰਿਟੀ ਫੋਰਸਿਸ ਦਾ ਵੀ ਇੱਥੇ ਬੋਲਬਾਲਾ ਸੀਗਾ, ਅੱਤਵਾਦੀਆਂ ਦਾ ਵੀ ਬੋਲਬਾਲਾ ਰਿਹਾ। ਔਰ ਉਹਦੇ ਨਾਲ ਕੀ ਸੀ ਕਿ ਜਿਹੜਾ ਆਮ ਲੋਕ ਸੀਗੇ ਉਹਨਾਂ ਨੂੰ ਆਪਣਾ ਜੀਵਨ ਬਤੀਤ ਕਰਨਾ ਬੜਾ ਮੁਸ਼ਕਲ ਜਿਹੜਾ ਦਿਖਾਈ ਦੇ ਰਿਹਾ ਸੀ, ਬਹੁਤ ਔਖਾ ਸੀਗਾ। ਕਰਫਿਊ ਲੱਗਿਆ ਹੁੰਦਾ ਸੀਗਾ, ਕਦੇ ਪੰਜਾਬ ਬੰਦ ਦਾ ਸੱਦਾ ਹੁੰਦਾ ਸੀਗਾ, ਬਹੁਤ ਭਿਆਨਕ ਸਮਾਂ ਸੀ ਪੰਜਾਬ ਦੇ ਉੱਤੇ। ਔਰ ਜਦੋਂ ਅੱਜ ਪੰਜਾਬ ਦੇ ਲੋਕਾਂ ਨੇ ਦੇਖਿਆ ਕਿ ਤਕਰੀਬਨ ਅੱਜ ਵੀ 25 ਸਾਲ ਤੋਂ ਲੋਕ ਜਿਹੜੇ ਨੇ ਅਮਨ ਸ਼ਾਂਤੀ ਦਾ ਮਾਹੌਲ ਜਿਹੜਾ ਉਹ ਦੇਖ ਰਹੇ ਨੇ, ਸੋ ਅੱਜ ਮੈਂ ਦੇਖ ਰਿਹਾ ਕਿ ਇਹਨਾਂ ਦੇ ਕਹਿਣ ਤੇ ਕੋਈ ਵੀ ਇਹਨਾਂ ਦੀ ਹਾਂ ਪੱਖੀ ਜਿਹੜੀ ਆ ਉਹ ਗੱਲ ਦੇ ਵਿੱਚ ਨਹੀਂ ਆ ਰਹੀ। ਔਰ ਇਹੀ ਕਾਰਨ ਹੈ ਕਿ ਅੱਜ ਇਹਨਾਂ ਨੇ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਉਹ ਬਿਲਕੁਲ ਫਲॉप ਹੋ ਗਿਆ ਔਰ ਕਿਤੇ ਵੀ ਇਹਨਾਂ ਦੀ ਜਿਹੜਾ ਸੱਦੇ ਦਾ ਕਿਤੇ ਅਸਰ ਦਿਖਾਈ ਨਹੀਂ ਦੇ ਰਿਹਾ। ਸੋ ਇਸ ਕਰਕੇ ਮੈਂ ਕਹਿ ਸਕਦਾ ਕਿ ਇਹਨਾਂ ਨੂੰ ਜਨ ਸਮਰਥਨ ਨਹੀਂ ਹਾਸਲ, ਔਰ ਇਹ ਜਾਣਬੁੱਝ ਕੇ ਅੱਜ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਨੌਜਵਾਨਾਂ ਨੂੰ ਖਾਸ ਕਰਕੇ ਉਹਨਾਂ ਨੂੰ ਕਿਸੇ ਗਲਤ ਰਸਤੇ ਤੇ ਪਾਉਣ ਦੀ ਇਹ ਬਹੁਤ ਵੱਡੀ ਸਾਜ਼ਿਸ਼ ਹੈ। ਪਰ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਸਰਕਾਰ ਜਾਂ ਤੁਸੀਂ ਚੂਕ ਤੇ ਨਹੀਂ ਕਰ ਰਹੇ ਸਮਝਣ ਦੇ ਵਿੱਚ? ਜੇ ਅਮਰੀਕਾ ਦੇ ਵਿੱਚ ਬੈਠ ਕੇ ਕੋਈ ਵਿਅਕਤੀ ਕੋਸ਼ਿਸ਼ ਕਰਦਾ ਹੈਗਾ ਪੰਜਾਬ ਦੇ ਵਿੱਚ ਔਰ ਕਹਿ ਰਿਹਾ ਕਿ ਇੱਕ ਅੱਤਵਾਦੀ ਦੀ ਯਾਦ ਦੇ ਵਿੱਚ ਸਟੇਟ ਬੰਦ ਕੀਤੀ ਜਾਵੇ, ਉਸ ਦੇ ਸਮਰਥਨ ਦੇ ਵਿੱਚ, ਕਿਤੇ ਤੁਸੀਂ ਤੇ ਨਹੀਂ ਚੂਕ ਕਰ ਰਹੇ ਕਿ ਕਿਤੇ ਕੋਈ ਅੰਡਰ ਕਰੰਟ ਪਿਆ ਹੋਵੇ, ਤੁਸੀਂ ਨਾ ਦੇਖ ਪਾਓ? ਨਹੀਂ, ਇਹਨਾਂ ਦੀ ਕੋਸ਼ਿਸ਼ ਸ਼ੁਰੂ ਤੋਂ ਹੀ ਰਹੀ ਹੈ
ਔਰ ਇਹ ਹਮੇਸ਼ਾ ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਨਾਕਾਮ ਹੁੰਦੀਆਂ ਰਹੀਆਂ ਨੇ। ਲੋਕਾਂ ਨੇ ਉਹਨਾਂ ਨੂੰ ਕਦੇ ਵੀ ਸਮਰਥਨ ਨਹੀਂ ਦਿੱਤਾ। ਸੋ ਅੱਜ ਵੀ ਇਹ ਕੋਸ਼ਿਸ਼ ਮੁੱਠੀ ਭਰ ਲੋਕ ਨੇ, ਕੋਈ ਕੈਨੇਡਾ 'ਚ ਬੈਠਾ, ਕੋਈ ਅਮਰੀਕਾ ਦੇ ਵਿੱਚ ਬੈਠਾ, ਇਹ ਆਪਣਾ ਏਜੰਡਾ ਇੱਥੇ ਪੰਜਾਬ 'ਚ ਲਾਗੂ ਕਰਨਾ ਚਾਹੁੰਦੇ ਨੇ। ਪਰ ਪੰਜਾਬ ਦੇ ਲੋਕ ਤੁਸੀਂ ਕਦੇ ਵੀ ਦੇਖੋਗੇ ਕਿ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ। ਨਹੀਂ, ਮੈਂ ਇਹੀ ਕਹਿ ਰਿਹਾ ਕੋਟਲੀ ਸਾਹਿਬ ਕਿ ਤੁਹਾਨੂੰ ਕਿਤੇ ਓਵਰ ਕੌਨਫੀਡੈਂਸ ਤੇ ਨਹੀਂ ਹੈਗਾ ਕਿ ਤੁਸੀਂ ਅੰਡਰ ਕਰੰਟ ਨੂੰ ਦੇਖ ਨਾ ਪਾਓ, ਕਿਉਂਕਿ ਜੇ ਬਾਹਰੋਂ ਬੈਠ ਕੇ ਕੋਆਪਰੇਟ ਕਰ ਰਿਹਾ ਤਾਂ ਸ਼ਾਇਦ ਉਹਨੂੰ ਕੁਝ ਨਜ਼ਰ ਆਉਂਦਾ ਹੋਊਗਾ। ਨਹੀਂ ਦੇਖੋ, ਮੈਨੂੰ ਤਾਂ ਕਿਤੇ ਅੰਡਰ ਕਰੰਟ ਦਿਖਾਈ ਨਹੀਂ ਦੇ ਰਿਹਾ। ਔਰ ਐਸੀ ਗੱਲ ਨਹੀਂ, ਜਿਹੜੀਆਂ ਸਾਡੀਆਂ ਫੋਰਸਿਸ ਨੇ, ਸਾਡੀ ਪੰਜਾਬ ਸਰਕਾਰ ਹੈ, ਉਹ ਇਸ ਗੱਲ ਦੇ ਲਈ ਬੜੀ ਚੁਕੰਨੀ ਔਰ ਬੜੀ ਮੁਸਤੈਦੀ ਦੇ ਨਾਲ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੇ ਨਜ਼ਰ ਰੱਖਦੀ ਹੈ। ਔਰ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਹੀ, ਸਾਡੇ ਪਰਿਵਾਰ ਦੀ ਵੀ ਇਹੀ, ਕਿ ਇਹੋ ਜਿਹੇ ਜਿਹੜੇ ਲੋਕ ਨੇ ਉਹ ਸਿਰ ਨਾ ਚੁੱਕ ਸਕਣ ਔਰ ਲੋਕਾਂ ਨੂੰ ਅਸੀਂ ਮੌਕੇ ਤੇ ਐਜੂਕੇਟ ਵੀ ਕਰਦੇ ਰਹੀਏ ਕਿ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ। ਔਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਯੂਥ ਔਰ ਪੰਜਾਬ ਦੇ ਲੋਕ ਕਦੇ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਫਸ ਆਉਣਗੇ। ਪਰ ਕਈ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਅੱਜ ਵੀ ਅਰਦਾਸ ਕਰਵਾਈ ਹੈਗੀ ਹੈ, ਦਿਲਾਵਰ ਸਿੰਘ ਦੇ ਲਈ ਅਰਦਾਸ ਕਰਵਾਈ ਹੈ। ਪਿਛਲੇ ਦਿਨਾਂ ਦੇ ਤੁਸੀਂ ਘਟਨਾਕ੍ਰਮ ਦੇਖਿਆ ਕਿ ਰੈਫਰੈਂਡਮ ਦੇ ਮੰਗ ਨੂੰ ਲੈ ਕੇ ਵੀ ਇੱਕ ਅਰਦਾਸ ਹੋਈ, ਵਿਅਕਤੀ ਨੇ ਵੀਡੀਓ ਕਰਕੇ ਵੀਡੀਓ ਵਾਇਰਲ ਹੋ ਗਈ। ਫਿਰ ਇਹ ਚੀਜ਼ਾਂ ਕਿੱਥੇ ਸਟੈਂਡ ਕਰਦੀਆਂ? ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਹੋ ਰਹੀਆਂ ਨੇ? ਉਹ ਜਥੇਬੰਦੀਆਂ ਨੂੰ ਲੈ ਕੇ ਫਿਰ ਸਰਕਾਰ ਸੌਫਟ ਕਿਉਂ ਹੈਗੀ ਹੈ? ਇੱਕ ਰਾਜਨੀਤੀ ਤੇ ਨਹੀਂ ਹੈ ਕਿ ਕੁਝ ਨੂੰ ਬੋਲ ਲੈਣ ਦਿਓ, ਕੁਝ ਨੂੰ ਰੋਕ ਕੇ ਰੱਖੋ, ਅਸੀਂ ਕਿਸੇ ਹੋਰ ਪੋਲੀਟੀਕਲ ਮੰਤਵ ਦੇ ਲਈ ਇਸਤੇਮਾਲ ਕਰ ਲਾਂਗੇ। ਦੇਖੋ, ਇਹੋ ਜਿਹੇ ਲੋਕਾਂ ਤੇ ਸਖਤੀ ਤਾਂ ਹੋਣੀ ਜ਼ਰੂਰੀ ਹੈ ਤਾਂ ਕਿ ਕੌਣ ਇਹ ਅੱਗੇ ਸਰਕਾਰ 'ਚ ਤੋਂ ਤੁਸੀਂ ਨਾ ਬੈਠੇ ਕਰ ਹੋ? ਸਕਣ। ਬਿਲਕੁਲ, ਸਰਕਾਰ ਦੇਖੋ ਸਖਤੀ ਕਰਦੀ ਹੈ, ਪਰ ਬਹੁਤ ਥੋੜੇ ਲੋਕ ਨੇ, ਜਿਵੇਂ ਮੈਂ ਪਹਿਲਾਂ ਕਿਹਾ, ਕਿ ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਨੇ। ਸੋ ਇਸ ਕਰਕੇ ਉਹ ਜ਼ਿਆਦਾ ਕੋਈ ਮਾਇਨਾ ਨਹੀਂ ਰੱਖਦੇ। ਔਰ ਜਿਵੇਂ ਕਹਿ ਲਓ, ਡੈਮੋਕ੍ਰੇਸੀ ਦੇ ਵਿੱਚ ਲੋਕ ਰਾਜ ਆ, ਔਰ ਅਕਾਲੀ ਦਲ ਅੰਮ੍ਰਿਤਸਰ ਨੇ ਹਮੇਸ਼ਾ ਖਾਲਿਸਤਾਨ ਦੇ ਮੁੱਦੇ ਤੇ ਚੋਣ ਲੜੀ ਹੈ। ਇਹ ਲੋਕ ਜਿਹੜੇ ਨੇ, ਚਾਹੇ ਉਹ ਸਿੱਖਸ ਫॉर ਜਸਟਿਸ ਹੈ, ਉਹ ਕੋਈ ਪੋਲੀਟੀਕਲੀ ਤਾਂ ਉਹ ਐਕਟਿਵ ਨਹੀਂ ਹੈਗੇ, ਪਰ ਕੁਝ ਲੋਕਾਂ ਨੇ ਇਸ ਮੁੱਦੇ ਤੇ ਇਲੈਕਸ਼ਨ ਲੜ ਕੇ ਵੀ ਦੇਖੀ ਹੈ। ਹੁਣ ਮੇਰੇ ਖੰਨੇ ਦੇ ਵਿੱਚ ਪਿਛਲੀ ਦਫਾ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਸੀਗੇ, ਉਹਨਾਂ ਨੂੰ ਮਹਿਜ 350 ਵੋਟ ਪਈ। ਸੋ ਇਸ ਕਰਕੇ ਬਹੁਤ ਘੱਟ ਲੋਕ ਨੇ ਜਿਹੜੀ ਇਹਨਾਂ ਦੀ ਗੱਲ ਦੇ ਵਿੱਚ ਹਾਮੀ ਭਰਦੇ ਨੇ, ਪਰ ਬਾਈ ਐਂਡ ਲਾਰਜ ਮੈਜੋਰਟੀ ਦੇ ਵਿੱਚ ਲੋਕ ਜਿਹੜੇ ਨੇ ਅੱਜ ਉਹ ਬਹੁਤ ਇਹਨਾਂ ਦੇ ਖਿਲਾਫ ਨੇ। ਪਰ ਜਦੋਂ ਇਹ ਅਰਦਾਸ ਹੁੰਦੀ ਹੈ, ਜਥੇਬੰਦੀਆਂ ਇਹ ਨਿਕਲ ਕੇ ਆਉਂਦੀਆਂ ਨੇ, ਜੇ ਤੁਸੀਂ SFJ ਨੂੰ ਕਹਿੰਦੇ ਅਸੀਂ ਬੈਨ ਕਰਨਾ, ਤੇ ਪੰਜਾਬ ਦੇ ਵਿੱਚ ਕੋਈ ਜਥੇਬੰਦੀਆਂ ਬੈਠ ਕੇ ਖਾਲਿਸਤਾਨ ਦੀ ਗੱਲ ਵੀ ਕਰਦੀਆਂ ਨੇ ਔਰ ਅਰਦਾਸਾਂ ਵੀ ਕਰਾਉਂਦੀਆਂ ਨੇ, ਫਿਰ ਉਹਨਾਂ ਨੂੰ ਦੋਨਾਂ ਚੀਜ਼ਾਂ ਨੂੰ ਲੈ ਕੇ ਕਾਰਵਾਈ ਦੇ ਵਿੱਚ ਇੰਨਾ ਫਰਕ ਕਿਉਂ ਹੈ? ਦੇਖੋ, ਇਹਨਾਂ ਨੂੰ ਵੀ ਬੈਨ ਕਰਨਾ ਚਾਹੀਦਾ। ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕਰੂੰਗਾ ਕਿ ਉਹ ਵੀ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨ, ਕਿਉਂਕਿ ਦੇਖੋ ਬੜੀ ਸਰਵਉੱਚ ਸੰਸਥਾ ਹੈ। ਅਕਾਲ ਤਖਤ ਸਾਹਿਬ ਦੇ ਬਾਰੇ ਕੋਈ ਟਿੱਪਣੀ ਕਰਨੀ ਉਹ ਇੱਕ ਬਤੌਰ ਇੱਕ ਸਿੱਖ ਦੇ ਤੌਰ ਤੇ ਸ਼ੋਭਾ ਨਹੀਂ ਦਿੰਦੀ। ਪਰ ਮੈਂ ਜਥੇਦਾਰ ਸਾਹਿਬ ਨੂੰ ਜ਼ਰੂਰ ਆਪਣੇ ਵੱਲੋਂ ਨਿੱਜੀ ਤੌਰ ਤੇ ਬੇਨਤੀ ਕਰੂੰਗਾ ਔਰ SGPC ਨੂੰ ਵੀ ਕਰੂੰਗਾ ਕਿ ਉਹ ਇਹਨਾਂ ਚੀਜ਼ਾਂ ਨੂੰ ਮਤਲਬ ਬੜਾਵਾ ਨਾ ਦੇਣ, ਔਰ ਤਾਂ ਕਿ ਕਿਤੇ ਨਾ ਕਿਤੇ ਅਗਰ ਨਾ ਦੇਣ ਦਾ ਕੀ ਮਤਲਬ ਹੈ? ਤੁਸੀਂ ਕਹਿ ਰਹੇ ਹੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਕਿ ਤੁਸੀਂ ਆ ਕੇ ਅਰਦਾਸ ਕਰੋ, ਤੇ ਉੱਥੇ ਮੌਜੂਦ ਵੀ ਨਹੀਂ ਰਹਿੰਦੇ? ਨਹੀਂ ਦੇਖੋ, ਇਹੋ ਜਿਹੇ ਜਿਹੜੇ ਅਨਸਰ ਨੇ ਇਹਨਾਂ ਨੂੰ ਤਾਂ ਇਹੋ ਜਿਹੀਆਂ ਚੀਜ਼ਾਂ ਲਈ ਉੱਥੇ ਆਉਣ ਵੀ ਨਹੀਂ ਦੇਣਾ ਚਾਹੀਦਾ। ਇਹਨਾਂ ਨੂੰ ਕਹਿ ਦੇਣਾ ਚਾਹੀਦਾ ਕਿ ਤੁਸੀਂ ਇੱਥੇ ਆਪਣਾ ਇਹ ਜਿਹੜਾ ਹਿਡਨ ਏਜੰਡਾ ਉਹ ਅਕਾਲ ਤਖਤ ਸਾਹਿਬ ਦੇ ਰਾਹੀਂ ਨਾ ਇੱਥੇ ਆਪਣਾ ਨਸ਼ਰ ਕਰੋ, ਤਾਂ ਕਿ ਇੱਕ ਮੈਸੇਜ ਗਲਤ ਨਾ ਜਾਵੇ ਪੂਰੇ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕਾਂ ਵਿੱਚ, ਖਾਸ ਕਰਕੇ ਨੌਜਵਾਨ। ਔਰ ਬੈਨ ਕਰਨ ਤੋਂ ਤੁਹਾਡਾ ਕੀ ਮਤਲਬ ਹੈਗਾ? ਕਿਸ ਤਰ੍ਹਾਂ ਦੇ ਬੈਨ ਦੀ ਗੱਲ ਕਰਦੇ ਹੋ ਤੁਸੀਂ? ਇਹ ਬਿਲਕੁਲ ਇਹਨਾਂ ਦੀਆਂ ਗਤੀਵਿਧੀਆਂ ਤੇ ਰੋਕ ਲੱਗਣੀ ਚਾਹੀਦੀ ਹੈ। ਉਹ ਅਕਾਲ ਤਖਤ ਸਾਹਿਬ ਨੇ ਨਹੀਂ ਲਾਉਣੀ। ਅਗਰ ਗਤੀਵਿਧੀਆਂ ਤੇ ਰੋਕ ਲਾਉਣੀ ਹੈ ਤਾਂ ਸਰਕਾਰ ਲਾ ਸਕਦੀ ਹੈ। ਬਿਲਕੁਲ, ਮੈਂ ਇਹੀ ਕਰਦਾ, ਮੈਂ ਵੀ ਸਰਕਾਰ ਤੋਂ ਮੰਗ ਕਰਦਾ ਕਿ ਅਗਰ ਕੋਈ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਅੰਜਾਮ ਦਿੰਦੇ ਨੇ ਜਾਂ ਬੜਾਵਾ ਦਿੰਦੇ ਨੇ, ਤਾਂ ਯਕੀਨਨ ਤੌਰ ਤੇ ਉਹਨਾਂ ਤੇ ਪੂਰਨ ਤੌਰ ਤੇ ਬੈਨ ਲੱਗਣਾ ਚਾਹੀਦਾ, ਤਾਂ ਕਿ ਅੱਗੇ ਤੋਂ ਇਹੋ ਜਿਹੀਆਂ ਹਰਕਤਾਂ ਨਾ ਕਰ ਸਕਣ। ਕੋਟਲੇ ਸਾਹਿਬ, ਕੰਕਰੀਟ ਕੀ ਹੋ ਸਕਦਾ ਇਸ ਗੱਲ ਦੇ ਉੱਤੇ? ਜ਼ਬਾਨੀ ਕਹਿ ਦੇਣਾ ਮੈਂ ਮੰਗ ਕਰਦਾ, ਉਹ ਵੱਖਰੀ ਗੱਲ ਹੈਗੀ ਹੈ। ਕੰਕਰੀਟ ਕੀ ਹੋ ਸਕਦਾ? ਜਥੇਦਾਰ ਸਾਹਿਬ ਦੀ ਦੋ ਕਿਸਮ ਦੇ ਬਿਆਨ ਚੱਲ ਰਹੇ ਨੇ। ਤੁਸੀਂ ਕਹਿ ਰਹੇ ਹੋ ਸਰਕਾਰ ਦੇ ਵਿੱਚ ਹੋ ਕੇ ਵੀ ਮੈਂ ਸਰਕਾਰ ਤੋਂ ਮੰਗ ਕਰਦਾ, ਕੰਕਰੀਟ ਇਸ ਤੇ ਕੁਝ ਕਰ ਸਕਦੇ ਹੋ? ਗੱਲ ਕਰਨ ਦੀ ਰਾਏ ਜਾਂ ਹੈਗੀ ਹੈ ਜਾਂ ਸਿਰਫ ਪੋਲੀਟੀਕਲ ਸਟੇਟਮੈਂਟ ਹੈ? ਦੇਖੋ, ਮਸਲਨ ਮੈਂ ਕਹਿ ਰਿਹਾ ਕਿ ਜਿਵੇਂ ਪਿੱਛੇ ਜੇ ਕੋਈ ਫਿਲਮਾਂ ਬਣ ਲੱਗੀਆਂ ਸੀਗੀਆਂ ਗੈਂਗਸਟਰਾਂ ਦੇ ਉੱਤੇ, ਉਹਨਾਂ ਦੀ ਜਿਹੜੀ ਜੀਵਨੀ ਉਹਨਾਂ ਨੂੰ ਗਲੋਰੀਫਾਈ ਕਰ ਰਹੀਆਂ ਸੀਗੀਆਂ ਉਹ ਫਿਲਮਾਂ, ਤੇ ਸਾਡੀ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨਾਂ ਨੂੰ ਬੈਨ ਕੀਤਾ। ਔਰ ਮੈਂ ਵੀ ਵਿਧਾਨ ਸਭਾ 'ਚ ਬੋਲਿਆ ਸੀਗਾ ਕਿ ਇਹੋ ਜਿਹੇ ਜਿਹੜੇ ਇਹਨਾਂ ਗੱਲਾਂ ਤੇ ਰੋਕ ਲੱਗਣੀ ਚਾਹੀਦੀ, ਔਰ ਉਹਨਾਂ ਨੇ ਲਾਈ ਹੈ।
ਸੋ ਅਸੀਂ ਹੁਣ ਵੀ ਮੰਗ ਕਰਾਂਗੇ ਇਸ ਗੱਲ ਨੂੰ ਬੜੀ ਸਖਤੀ ਦੇ ਨਾਲ ਔਰ ਬੜੀ ਇਹਨੂੰ ਅੱਗੇ ਹੋ ਕੇ ਕਰਾਂਗੇ ਵਿਧਾਨ ਸਭਾ 'ਚ। ਬਿਲਕੁਲ ਵਿਧਾਨ ਸਭਾ 'ਚ ਵੀ ਕਰਾਂਗੇ, ਮੁੱਖ ਮੰਤਰੀ ਜੀ ਨੂੰ ਮਿਲ ਕੇ ਵੀ ਕਰਾਂਗੇ ਕਿ ਇਹੋ ਜਿਹੇ ਜਿਹੜੇ ਲੋਕ ਨੇ, ਹਾਲਾਂਕਿ ਦੇਖੋ ਜਿਹੜਾ ਉਹ ਉੱਥੇ ਬੈਠਾ ਇੱਕ ਗਲਤ ਇਹਨਾਂ ਹਰਕਤਾਂ ਕਰ ਰਿਹਾ ਗੁਰਪਤਵੰਤ ਪੰਨੂ ਪੰਨੂ ਦੇ ਉੱਤੇ ਤਾਂ ਵੈਸੇ ਹੀ ਬੈਨ ਲੱਗ ਚੁੱਕਿਆ ਜੀ। ਪਰ ਜੇ ਅਗਰ ਉਹਦੇ ਸਮਰਥਨ ਇੱਥੇ ਆਉਂਦੇ ਨੇ ਅੱਗੇ ਤਾਂ ਉਹਨਾਂ ਤੇ ਵੀ ਆਉਣਾ ਚਾਹੀਦਾ, ਉਹਨਾਂ ਤੇ ਵੀ ਰੋਕ ਲੱਗਣੀ ਚਾਹੀਦੀ। ਪਰ ਇਹਨਾਂ ਦੋ ਇੱਕ ਪਰਿਵਾਰ ਦੇ ਵਿੱਚੋਂ ਬਿਆਨਾਂ 'ਤੇ ਫਰਕ ਕਿਉਂ ਹੈਗਾ? ਤੁਸੀਂ ਕਹਿ ਰਹੇ ਹੋ ਕਿ ਮੈਂ ਜਥੇਦਾਰ ਸਾਹਿਬ ਨੂੰ ਅਪੀਲ ਕਰਦਾ, ਰਵਨੀਤ ਸਿੰਘ ਬਿੱਟੂ ਹੁਣੀ ਟਵੀਟ ਕਰਦੇ ਨੇ, ਉਹ ਕਹਿੰਦੇ ਕਿ ਜਥੇਦਾਰ ਦੀ ਸ਼ਹਿ ਤੇ ਹੋ ਰਿਹਾ। ਦੇਖੋ ਅਕਾਲ ਤਖਤ ਸਾਹਿਬ ਸਾਡੇ ਲਈ ਸਰਵਉੱਚ ਹੈ। ਅਕਾਲ ਤਖਤ ਸਾਹਿਬ ਦੇ ਬਾਰੇ ਟਿੱਪਣੀ ਕਰਨੀ ਮੈਂ ਠੀਕ ਨਹੀਂ ਸਮਝਦਾ, ਪਰ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਜ਼ਰੂਰ ਮੈਂ ਇਹੀ ਕਹਾਂਗਾ ਕਿ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ। ਇਹਦੇ ਨਾਲ ਜਦੋਂ ਉੱਥੋਂ ਇੱਕ ਕੋਈ ਫਰਮਾਨ ਆਉਂਦਾ ਹੈ, ਉੱਥੋਂ ਅਗਰ ਕੋਈ ਗੱਲ ਕਹੀ ਜਾਂਦੀ ਹੈ ਤਾਂ ਉਹਦਾ ਅਸਰ ਜਿਹੜਾ ਵਾ ਉਹ ਅਗਰ ਜੇ ਲੋਕਾਂ 'ਚ ਆ ਗਿਆ ਤਾਂ ਫਿਰ ਦੁਬਾਰਾ ਮਾਹੌਲ ਵੀ ਖਰਾਬ ਹੋ ਸਕਦਾ। ਇਹਦੀ ਸਾਡੇ ਅੰਦਰ ਵੀ ਚਿੰਤਾ ਇਸ ਗੱਲ ਦੀ। ਕੋਟੇ ਸਾਹਿਬ, ਬੜੀ ਇੰਟਰਸਟਿੰਗ ਗੱਲ ਤੁਸੀਂ ਕਹੀ ਕਿ ਸਾਨੂੰ ਜਥੇਦਾਰ ਸਾਹਿਬ ਦੀ ਉਹ ਕਰਨੀ ਚਾਹੀਦੀ ਹੈ, ਗੱਲ ਮੰਨਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਦੀ। ਫਿਰ ਤੁਹਾਨੂੰ ਕੀ ਲੱਗਦਾ ਰਵਨੀਤ ਸਿੰਘ ਬਿੱਟੂ ਹੁਣੀ ਬਿਨਾਂ ਸੋਚੇ ਸਮਝੇ ਟਵੀਟ ਸ਼ੂਟ ਕਰ ਦਿੰਦੇ ਨੇ ਕਿ ਜਥੇਦਾਰ ਦੀ ਸ਼ਹਿ ਤੇ ਹੋ ਰਿਹਾ? ਮੈਂ ਤਾਂ ਪਹਿਲੇ ਹੀ ਕਹਿ ਰਿਹਾ ਤੁਹਾਨੂੰ ਕਿ ਜਥੇਦਾਰ ਸਾਹਿਬ ਨੂੰ ਇਹਨਾਂ ਗੱਲਾਂ ਤੋਂ ਪਿੱਛੇ ਹਟਣਾ ਚਾਹੀਦਾ, ਉਹਨਾਂ ਨੂੰ ਇਹਨਾਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ। ਅਕਾਲ ਤਖਤ ਸਾਹਿਬ ਸਾਰਿਆਂ ਲਈ ਸਰਵਉੱਚ। ਤੁਸੀਂ ਕਿਸ ਗਰਾਊਂਡ ਦੇ ਉੱਤੇ ਕਹਿੰਦੇ ਹੋ ਕਿ ਇਹਨਾਂ ਗੱਲਾਂ ਦੇ ਵਿੱਚ ਹੈਗੇ ਨੇ? ਉਹ ਕਦੇ ਇਹਨਾਂ ਦੇ ਨਾਲ ਨਜ਼ਰ ਨਹੀਂ ਆਏ, ਉਹ ਖੁੱਲ੍ਹ ਕੇ ਸਮਰਥਨ ਨਹੀਂ ਕਰਦੇ, ਫਿਰ ਤੁਸੀਂ ਕਿਸ ਗਰਾਊਂਡ ਦੇ ਉੱਤੇ ਕਹਿੰਦੇ ਹੋ? ਦੇਖੋ ਪਿੱਛੇ ਜਦੋਂ ਜੂਨ ਦੇ ਮਹੀਨੇ 'ਚ ਉਹਨਾਂ ਨੇ ਇਹ ਗੱਲ ਆਪਣੇ ਮੂੰਹੋਂ ਕਹੀ ਸੀਗੀ ਵੀ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਜੀ, ਔਰ ਐਜੀਪੀਸੀ ਦੇ ਪ੍ਰਧਾਨ ਨੇ ਵੀ ਇਹ ਗੱਲ ਕਹੀ ਵੀ ਜੇ ਸਾਨੂੰ ਦੇਣਗੇ ਤਾਂ ਅਸੀਂ ਲੈ ਲਾਂਗੇ। ਸੋ ਇਸ ਕਰਕੇ ਇਹ ਗੱਲਾਂ ਤੋਂ ਇਹ ਗੱਲ ਸ਼ੰਕਾ ਜ਼ਾਹਰ ਹੁੰਦੀ ਹੈ ਕਿ ਉਹ ਵੀ ਉਹਨਾਂ ਦਾ ਸਮਰਥਨ ਕਰਦੇ ਨੇ। ਸੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਰਗੀ ਵੱਡੀ ਕੁਰਸੀ ਦੇ ਉੱਤੋਂ, ਵੱਡੇ ਪਦਵੀ ਦੇ ਉੱਤੋਂ ਕੋਈ ਬਿਆਨ ਆਉਂਦਾ ਤੇ ਨੌਜਵਾਨਾਂ ਦੇ ਉੱਤੇ ਉਸ ਚੀਜ਼ ਦਾ ਅਸਰ ਪੈਂਦਾ, ਜਾਂ ਤੁਹਾਨੂੰ ਲੱਗਦਾ ਕਿ ਜਦੋਂ ਇਹ ਬੰਦ ਦੀ ਕਾਲ ਦਿੱਤੀ ਜਾ ਰਹੀ ਹੈ ਤੇ ਯੂਥ ਤੇ ਕਿਤੇ ਇਸ ਚੀਜ਼ ਦਾ ਅਸਰ ਪੈ ਰਿਹਾ? ਕਿਉਂਕਿ ਦੋ ਚੀਜ਼ਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਜਿਸ ਸਮੇਂ ਮੋਗਾ ਦੇ ਵਿੱਚ ਖਾਲਿਸਤਾਨ ਦਾ ਝੰਡਾ ਫਹਿਰਾਇਆ ਗਿਆ ਡੀਸੀ ਆਫਿਸ ਦਾ, ਉਦੋਂ ਵੀ ਰਵਨੀਤ ਸਿੰਘ ਬਿੱਟੂ ਹੁਣਾਂ ਨੇ ਲਿੰਕ ਕਰ ਦਿੱਤਾ ਜਥੇਦਾਰ ਦੀ ਸਟੇਟਮੈਂਟ ਦਾ ਕਿ ਜੋ ਜਥੇਦਾਰ ਹੁਣਾਂ ਨੇ ਕੀਤਾ ਸੀ ਉਸ ਦਾ ਨਤੀਜਾ ਹੈਗਾ। ਉਹੀ ਦੋ ਨੌਜਵਾਨ ਜਿਹੜੇ ਨੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ। ਤੁਹਾਨੂੰ ਲੱਗਦਾ ਕਿ ਯੂਥ ਦੇ ਵਿੱਚ ਇਸ ਚੀਜ਼ ਦਾ ਅਸਰ ਪੈ ਰਿਹਾ, ਜਾਂ ਵਾਕਈ ਸਿੱਖ ਹੋਮਲੈਂਡ ਨੂੰ ਲੈ ਕੇ ਪੋਲੀਟੀਕਲ ਸਪੇਸ ਅਜੇ ਵੀ ਕਿਤੇ ਪਿਆ? ਦੇਖੋ ਸਿੱਖ ਹੋਮਲੈਂਡ ਨੂੰ ਲੈ ਕੇ ਲੋਕਾਂ ਦੇ ਵਿੱਚ ਨਾ ਪਹਿਲਾਂ ਸੀ ਕਦੇ। ਜਿਹੜਾ ਅਮਨ ਪਸੰਦ ਸਿੱਖ ਹੈ ਉਹ ਹਮੇਸ਼ਾ ਹੀ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਵਿੱਚ ਵਿਸ਼ਵਾਸ ਰੱਖਦਾ, ਔਰ ਇਹੋ ਜਿਹੇ ਜਦੋਂ ਬਿਆਨ ਆਉਂਦੇ ਨੇ ਜਿਹੜੀਆਂ ਸਰਵਉੱਚ ਲੋਕ ਜਿਹੜੇ ਜਿੱਥੇ ਬੈਠੇ ਨੇ, ਚਾਹੇ ਉਹ ਐਜੀਪੀਸੀ ਦੇ ਪ੍ਰਧਾਨ ਹੋਣ, ਚਾਹੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ, ਤਾਂ ਯਕੀਨਨ ਤੌਰ ਤੇ ਉਹਦਾ ਕਿਤੇ ਨਾ ਕਿਤੇ ਅਸਰ ਨੌਜਵਾਨਾਂ 'ਚ ਆਉਂਦਾ ਦਿਖਾਈ ਦਿੰਦਾ ਵਾ। ਸੋ ਇਹਨਾਂ ਨੂੰ ਹਟਣਾ ਚਾਹੀਦਾ ਇਹਨਾਂ ਗੱਲਾਂ ਤੇ, ਤਾਂ ਕਿ ਪੰਜਾਬ ਦਾ ਮਾਹੌਲ ਦੁਬਾਰਾ ਕਿਤੇ ਖਰਾਬ ਨਾ ਹੋਵੇ। ਖਰਾਬ ਨਾ? ਤੁਹਾਨੂੰ ਲੱਗਦਾ ਕਿ ਯੂਥ ਦੇ ਉੱਤੇ ਇਸ ਚੀਜ਼ ਦਾ ਅਸਰ ਪੈ ਰਿਹਾ? ਪੈ ਸਕਦਾ, ਪੈ ਤਾਂ ਨਹੀਂ ਰਿਹਾ ਹਜੇ, ਪਰ ਆਉਣ ਵਾਲੇ ਸਮੇਂ 'ਚ ਇਹ ਖਦਸ਼ਾ ਜ਼ਾਹਰ ਕੀਤਾ ਜਾ ਸਕਦਾ, ਕਿਉਂਕਿ ਇਹ ਜਿਹੜੇ ਪੰਨੂ ਵਰਗੇ ਲੋਕ ਨੇ ਇਹਨਾਂ ਦਾ ਏਜੰਡਾ ਵੀ ਇਹੀ ਹੈ ਕਿ ਅਸੀਂ ਹੌਲੀ ਹੌਲੀ ਆਪਣਾ ਏਜੰਡਾ ਲਾਗੂ ਕਰ ਸਕੀਏ ਔਰ ਇਹਨਾਂ ਗਤੀਵਿਧੀਆਂ ਨੂੰ ਹੋਰ ਇਹਨਾਂ ਨੂੰ ਅੱਗੇ ਵਧਾ ਸਕੀਏ, ਇਹਨਾਂ 'ਚ ਤੇਜ਼ੀ ਲਿਆ ਸਕੀਏ। ਇਹਨਾਂ ਦੀ ਇਹ ਹਮੇਸ਼ਾ ਇਸ ਗੱਲ ਦੀ ਫਰਾਕ ਦੇ ਵਿੱਚ ਰਹਿੰਦੇ ਨੇ, ਔਰ ਇਹਨਾਂ ਨੂੰ ਜਿਹੜੀਆਂ ਸਾਡੀਆਂ ISI ਏਜੰਸੀਆਂ ਨੇ, ਪਾਕਿਸਤਾਨ ਦੇ ਵਿੱਚ ਬੈਠੇ ਲੋਕ ਨੇ, ਉਹ ਇਹਨਾਂ ਦਾ ਸਮਰਥਨ ਕਰਦੇ ਨੇ ਔਰ ਇਹਨਾਂ ਨੂੰ ਜਿਹੜਾ ਹੱਲਾਸ਼ੇਰੀ ਦਿੰਦੇ ਨੇ। ਔਰ ਮੈਨੂੰ ਇਹ ਵੀ ਲੱਗਦਾ ਕਿ ਇਹ ਜਿਹੜਾ ਆਪਣਾ ਉਹਨਾਂ ਦਾ ਏਜੰਡਾ ਹੈਗਾ ਉਹ ਪੈਸੇ ਨਾਲ ਵੀ ਜੁੜਿਆ ਹੋਇਆ ਜੀ, ਕਿਉਂਕਿ ਫੰਡਿੰਗ ਹੁੰਦੀ ਹੈ ਉਹਨਾਂ ਨੂੰ। ਦੂਸਰੇ ਜਿਹੜੇ ਸਾਡੇ ਦੁਸ਼ਮਣ ਦੇਸ਼ ਨੇ ਉਹ ਫੰਡ ਕਰਦੇ ਨੇ, ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹਨਾਂ ਦੀਆਂ ਗੱਲਾਂ 'ਚ ਜਿਹੜੇ ਆਉਂਦੇ ਨੇ ਤਾਂ ਉਹ ਇਹਨਾਂ ਨੂੰ ਫੰਡ ਕਰਦੇ ਨੇ, ਤੇ ਇਹਨਾਂ ਗੱਲਾਂ ਕਰਕੇ ਹੀ ਇਹ ਇਸ ਏਜੰਡੇ ਨੂੰ ਹੋਰ ਅੱਗੇ ਵਧਾਉਂਦੇ ਨੇ। ਹਾਲਾਂਕਿ ਲੋਕਾਂ ਦੇ ਵਿੱਚ ਕੋਈ ਅਸਰ ਨਹੀਂ। ਪਰ ਤੁਹਾਨੂੰ ਲੱਗਦਾ ਕਿ ਫੰਡਿੰਗ ਬੜੀ ਇੰਪੋਰਟੈਂਟ ਗੱਲ ਤੁਸੀਂ ਕਹੀ ਹੈਗੀ ਹੈ ਕਿ ਫੰਡਿੰਗ ਹੈਗੀ ਹੈ, ਪਰ ਉਹੀ ਫੰਡਿੰਗ ਦਾ ਇਸਤੇਮਾਲ ਪੰਜਾਬ ਦੇ ਵਿੱਚ ਵੀ ਹੋ ਰਿਹਾ? ਕਿਉਂਕਿ ਜਦੋਂ ਪੰਨੂ ਕਹਿੰਦੇ ਨੇ ਅਰਦਾਸ ਕਰਾਓ ਅਸੀਂ $5000 ਦੇਵਾਂਗੇ, ਝੰਡਾ ਚੜਾਓ ਅਸੀਂ $2500 ਦੇਵਾਂਗੇ, ਇਹ ਪੰਜਾਬ ਦੇ ਨੌਜਵਾਨਾਂ ਦੇ ਕੋਲ ਜਿਨ੍ਹਾਂ ਕੋਲ ਸ਼ਾਇਦ ਰੋਜ਼ਗਾਰ ਨਹੀਂ ਹੈ ਜਾਂ ਜਿਹੜੇ ਇਕਨੋਮਿਕਲੀ ਵੀਕ ਹੈਗੇ ਨੇ, ਉਹਨਾਂ ਦੇ ਇਮੋਸ਼ਨਸ ਦੇ ਨਾਲ ਇਸ ਪੈਸੇ ਦੇ ਬਿਨਾਂ ਤੇ ਵੀ ਖੇਡਿਆ ਜਾ ਰਿਹਾ। ਦੇਖੋ ਇਸ ਕੋਸ਼ਿਸ਼ ਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਨੇ ਇਹ ਤਾਂ ਦੇਖਣਾ ਪਊਗਾ ਜੀ, ਪਰ ਮੈਨੂੰ ਨਹੀਂ ਲੱਗਦਾ
ਕਿ ਇਹਨਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਪਰ ਇਹਦੇ ਵਿੱਚ ਪੈਸੇ ਦੀ ਜਿਹੜੀ ਇਨਵੋਲਵਮੈਂਟ ਆ ਉਹ ਵਾਕਈ ਬਹੁਤ ਜ਼ਿਆਦਾ ਹੈ। ਇਹ ਵੀ ਆਪਣੀਆਂ ਕਮਾਈਆਂ ਕਰ ਰਹੇ ਨੇ, ਕਿਉਂ ਨਹੀਂ ਆਉਂਦੇ ਇੱਥੇ ਆ ਕੇ ਕਰਨ ਗੱਲ। ਜੇ ਅੱਜ ਪੰਜਾਬ ਦੇ ਵਿੱਚ ਇਹ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਤਾਂ ਬੈਠੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਨੇ, ਇਹਨਾਂ ਨੂੰ ਇੱਥੇ ਆਉਣਾ ਚਾਹੀਦਾ। ਸਭ ਤੋਂ ਪਹਿਲਾਂ ਇੱਥੇ ਆਉਣ, ਇੱਥੇ ਆ ਕੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣ, ਡੈਮੋਕ੍ਰੈਟਿਕ ਤਰੀਕੇ ਨਾਲ, ਇਹ ਲੋਕ ਰਾਜੀ ਤਰੀਕੇ ਨਾਲ ਇੱਥੋਂ ਆਪਣੇ ਏਜੰਡੇ ਨੂੰ ਲਾਗੂ ਕਰਨ, ਫਿਰ ਪਤਾ ਲੱਗੂ ਇਹਨਾਂ ਨੂੰ। ਪਰ ਅੱਜ ਕਿਉਂ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ? ਨੌਜਵਾਨਾਂ ਦਾ ਅੱਗੇ ਹੀ ਐਡਾ ਵੱਡਾ ਨੁਕਸਾਨ ਹੋ ਗਿਆ, ਜਦੋਂ 2 ਦਹਾਕੇ ਅੱਤਵਾਦ ਰਿਹਾ ਇੱਥੇ, ਉਦੋਂ ਵੀ ਪੰਜਾਬ ਦਾ ਹੀ ਨੁਕਸਾਨ ਹੋਇਆ। ਪਰ ਤੁਹਾਨੂੰ ਨਹੀਂ ਲੱਗਦਾ ਕੋਟਲੀ ਸਾਹਿਬ ਕਿ ਕਿਤੇ ਗਵਰਨਮੈਂਟ ਦਾ, ਸਰਕਾਰਾਂ ਦਾ ਵੀ ਫੇਲੀਅਰ ਹੈਗਾ? ਕਿਉਂਕਿ ਜੇ ਪੈਸੇ ਦਾ ਲਾਲਚ ਦਿੱਤਾ ਜਾ ਰਿਹਾ ਕਿਸੇ ਨੂੰ ਕਿ ਤੁਸੀਂ ਝੰਡਾ ਚੜਾਓ ਜਾ ਕੇ, ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਤੁਸੀਂ ਅਰਦਾਸ ਕਰਾਓ ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਆਉਣ ਜਾਣ ਦਾ ਖਰਚਾ ਦੇਵਾਂਗੇ। ਉਹਨਾਂ ਨੇ ਨਬਜ਼ ਫੜ ਲਈ ਕਿ ਆਰਥਿਕ ਕਮਜ਼ੋਰੀ ਸ਼ਾਇਦ ਇਸਤੇਮਾਲ ਕੀਤੀ ਜਾ ਸਕਦੀ ਹੈਗੀ ਹੈ। ਔਰ ਆਰਥਿਕ ਕਮਜ਼ੋਰੀ ਕਿਹਨਾਂ ਨੇ ਦੂਰ ਕਰਨੀ ਸੀ? ਸਰਕਾਰਾਂ ਨੇ ਦੂਰ ਕਰਨੀ ਸੀ, ਜਿਨ੍ਹਾਂ ਨੇ ਸੋਸ਼ਲੀ ਮਜ਼ਬੂਤ ਕਰਨਾ ਸੀਗਾ। ਤੁਹਾਡੀ ਸਰਕਾਰ ਵੀ ਜਿਹੜੀ ਕਹਿੰਦੀ ਸੀ ਅਸੀਂ ਘਰ ਘਰ 'ਚ ਨੌਕਰੀ ਦੇਣੀ ਹੈ, ਇਹ ਕਿਤੇ ਜਾ ਕੇ ਲੋਕਾਂ ਨੂੰ ਬੇਰੁਜ਼ਗਾਰੀ ਦੇ ਤੌਰ ਤੇ, ਆਰਥਿਕ ਕਮਜ਼ੋਰੀ ਦੇ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ। ਤੁਹਾਨੂੰ ਲੱਗਦਾ ਕਿ ਸਰਕਾਰ ਪੱਧਰ ਤੇ ਵੀ ਫੇਲੀਅਰ ਹੈਗਾ? ਜੇ ਲੋਕਾਂ ਕੋਲ ਕੰਮਕਾਰ ਹੋਵੇ, ਨੌਕਰੀ ਰੋਜ਼ਗਾਰ ਹੋਵੇ, ਤਾਂ ਸ਼ਾਇਦ ਇਸ ਤਰ੍ਹਾਂ ਦੇ ਨਾਲ ਈਜ਼ੀ ਟਾਰਗੇਟ ਨਾ ਹੋ ਪਾਣ। ਦੇਖੋ, ਐਸੀ ਗੱਲ ਨਹੀਂ, ਸਰਕਾਰ ਜਿਹੜੀ ਆ ਉਹ ਆਪਣਾ ਕੰਮ ਕਰਦੀ ਹੈ। ਸਰਕਾਰ ਨੇ ਇੱਥੇ ਆਪਣਾ ਡਿਵੈਲਪਮੈਂਟ ਦਾ ਏਜੰਡਾ ਵੀ ਲਾਗੂ ਕੀਤਾ ਔਰ ਅਸੀਂ ਜੌਬਸ ਵੀ ਦੇ ਰਹੇ ਹਾਂ, ਐਸੀ ਗੱਲ ਨਹੀਂ, ਮਾਹੌਲ ਅੱਛਾ ਹੈਗਾ। ਔਰ ਤਾਂ ਹੀ ਤਾਂ ਹੈ ਵੀ ਇਹਨਾਂ ਦਾ ਏਜੰਡਾ ਜਿਹੜਾ ਉਹ ਕਾਮਯਾਬ ਨਹੀਂ ਹੋ ਰਿਹਾ। ਸੋ ਇਸ ਕਰਕੇ ਚੁਣੌਤੀ ਬਹੁਤ ਵੱਡੀ ਹੈ। ਕੁਛ ਨਾ ਕੁਛ ਨਬਜ਼ ਨੂੰ ਇਹ ਲੋਕ ਪਛਾਣਦੇ ਨੇ, ਪਰ ਫਿਰ ਵੀ ਉਹਦੇ 'ਚ ਸਰਕਾਰ ਨੂੰ ਕਦੇ ਵੀ ਇਸ ਗੱਲ ਦੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸਰਕਾਰ ਜਿਹੜੀ ਆ ਉਹ ਕੰਮ ਆਪਣਾ ਕਰਦੀ ਆ, ਔਰ ਸਰਕਾਰ ਜਿਹੜੀ ਆ ਉਹ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕਰਦੀ ਆ, ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ। ਪਰ ਕੋਟਲੀ ਸਾਹਿਬ, ਤੁਹਾਨੂੰ ਮੈਂ ਜਥੇਦਾਰ ਹੋਣਾ ਨਾਲ ਜੋੜ ਕੇ ਇੱਕ ਸਵਾਲ ਕਰਨਾ ਚਾਹੁੰਦਾ ਤੁਹਾਨੂੰ। ਜਿਸ ਸਮੇਂ ਤੁਸੀਂ ਗੱਲ ਕਰਦੇ ਹੋ ਕਿ ਜਥੇਦਾਰ ਸਾਹਿਬ ਨੂੰ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ, ਰਵਨੀਤ ਬਿੱਟੂ ਕਹਿੰਦੇ ਨੇ ਕਿ ਜਥੇਦਾਰ ਦੀ ਸ਼ਹਿ 'ਤੇ ਹੋ ਰਿਹਾ, ਤੁਹਾਨੂੰ ਨਹੀਂ ਲੱਗਦਾ ਕਿ ਇੱਕ ਡਾਇਲੌਗ ਹੁੰਦਾ, ਹਰ ਚੀਜ਼ ਦਾ ਸੋਲਿਊਸ਼ਨ ਹੁੰਦਾ ਇੱਕ ਡਾਇਲੌਗ? ਅਗਰ ਤੁਹਾਨੂੰ ਲੱਗੇ ਤੇ ਗੱਲ ਕੀਤੀ ਜਾ ਸਕਦੀ ਹੈ, ਇੱਕੋ ਵੱਡੇ ਅਹੁਦੇ ਤੇ ਬੈਠੇ ਨੇ, ਕਿ ਇਸ ਤਰ੍ਹਾਂ ਦੀ ਅਗਰ ਉਹ ਸਟੇਟਮੈਂਟ ਦਿੰਦੇ ਨੇ ਤਾਂ ਉਹਦੇ ਅਸਰ ਕੀ ਹੋ ਸਕਦੇ ਨੇ? ਜੇ ਤੁਸੀਂ ਆਮ ਪਬਲਿਕ ਪਲੇਟਫਾਰਮ ਤੇ ਗੱਲ ਕਰੋ ਕਿ ਜਥੇਦਾਰ ਦੀ ਸਟੇਟਮੈਂਟ ਦਾ ਇਹ ਅਸਰ ਹੈ, ਤੇ ਜਾ ਕੇ ਜਥੇਦਾਰ ਸਾਹਿਬ ਨਾਲ ਗੱਲ ਕੀਤੀ ਜਾ ਸਕਦੀ ਹੈ, ਜਾਂ ਕਿਤੇ ਵੀ ਕਾਮਨ ਪਲੇਟਫਾਰਮ ਤੇ ਸੀਐਮ ਦੇ ਕੋਲੇ ਗੱਲ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦਾ ਹੀ ਆਪਸ਼ਨ ਨੂੰ ਐਕਸਪਲੋਰ ਹੀ ਨਹੀਂ ਕੀਤਾ ਗਿਆ। ਬਿਲਕੁਲ ਠੀਕ ਹੈ, ਡਾਇਲੌਗ ਜਿਹੜਾ ਉਹ ਜ਼ਰੂਰ ਜਾਰੀ ਰੱਖਣਾ ਚਾਹੀਦਾ। ਔਰ ਮੈਂ ਤਾਂ ਉਹਨਾਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਅਪੀਲ ਕਰਾਂਗਾ, ਅਗਰ ਲੋੜ ਪਏਗੀ, ਅਗਰ ਜ਼ਰੂਰਤ ਸਮਝਾਂਗੇ ਤਾਂ ਉਹਨਾਂ ਨੂੰ ਮਿਲ ਕੇ ਵੀ ਕਿਹਾ ਜਾ ਸਕਦਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰੋ, ਤੁਹਾਡਾ ਜਿਹੜਾ ਅਹੁਦਾ ਬਹੁਤ ਵੱਡਾ, ਤੁਸੀਂ ਬਹੁਤ ਵੱਡੇ ਸਥਾਨ ਤੇ ਬੈਠੇ ਹੋ, ਤੁਹਾਡੀ ਕਹੀ ਹੋਈ ਗੱਲ ਜਿਹੜੀ ਆ ਉਹ ਲੋਕਾਂ ਦੇ ਵਿੱਚ ਅਸਰ ਕਰਦੀ ਹੈ। ਲੋੜ ਨੂੰ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ? ਲੋੜ ਕਦੋਂ ਪਏਗੀ? ਨਹੀਂ, ਦੇਖੋ, ਹਾਲੇ ਤੱਕ ਤਾਂ ਮੈਂ ਸਮਝਦਾ ਕਿ ਉਹਨਾਂ ਦੀ ਗੱਲ ਦੇ ਵਿੱਚ ਕੋਈ ਮਤਲਬ ਲੋਕਾਂ ਦੀ ਹਾਂ ਪੱਕੀ ਕੋਈ ਰੁਝਾਨ ਨਹੀਂ ਹੈ। ਅਗਰ ਸਾਨੂੰ ਲੱਗੇਗਾ ਕਿ ਵਾਕਈ ਲੋਕ ਇਹਨਾਂ ਦੀਆਂ ਗੱਲਾਂ 'ਚ ਆ ਰਹੇ ਨੇ ਜਾਂ ਆਉਣ ਵਾਲੇ ਨੇ, ਤਾਂ ਜ਼ਰੂਰ ਅਸੀਂ ਪਹਿਲ ਕਦਮੀ ਕਰਾਂਗੇ। ਹਮੇਸ਼ਾ ਇਸ ਗੱਲ ਦੇ ਲਈ ਸਾਡਾ ਪਰਿਵਾਰ ਜਿਹੜਾ ਉਹ ਪਿੱਛੇ ਨਹੀਂ ਹਟੂਗਾ। ਪੰਜਾਬ ਦੀ ਅਮਨ ਸ਼ਾਂਤੀ ਸਾਡੇ ਲਈ ਮੁੱਖ ਹੈ, ਔਰ ਪੰਜਾਬ ਦੀ ਡਿਵੈਲਪਮੈਂਟ ਸਾਡੇ ਲਈ ਸਭ ਤੋਂ ਅਹਿਮ ਹੈ। ਸੋ ਇਸ ਕਰਕੇ ਅਸੀਂ ਤਾਂ ਪੰਜਾਬ ਦੇ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ। ਪਰ ਤੁਹਾਨੂੰ ਲੱਗਦਾ ਕਿ ਤੁਸੀਂ ਮਿਸਜੱਜ ਕਰ ਰਹੇ ਹੋ, ਕਿਤੇ ਤੁਹਾਡੀ ਜੱਜਮੈਂਟ 'ਚ ਕਿਤੇ ਗੜਬੜ ਹੋ ਰਹੀ ਹੈ? ਕਿਉਂਕਿ ਜਦੋਂ UAPA ਦੇ ਤਹਿਤ ਲੋਕਾਂ ਤੇ ਕੇਸ ਵੀ ਦਰਜ ਹੋ ਰਹੇ ਨੇ, ਔਰ ਇਹ ਕਿਹਾ ਜਾ ਰਿਹਾ ਕਿ ਖਾਸ ਤੌਰ ਤੇ ਸਿੱਖਾਂ ਨੂੰ ਜਾਂ ਦਲਿਤਾਂ ਨੂੰ, ਮਾਈਨੋਰਿਟੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ, ਔਰ ਦੂਸਰੇ ਪਾਸੇ ਪੈਰਲਲੀ ਜੇ SFJ ਵਰਗੀ ਸੰਸਥਾ ਆਪਣੀ ਮੁਹਿੰਮ ਚਲਾਉਂਦੀ ਹੈ, ਫਿਰ ਇਹਨੂੰ ਕਿਸ ਤਰ੍ਹਾਂ ਤੁਸੀਂ ਇਹ ਅਸੈਸ ਕਰਦੇ ਹੋ ਕਿ ਇਹਦਾ ਅਸਰ ਨਹੀਂ ਹੋ ਰਿਹਾ ਜ਼ਮੀਨੀ ਪੱਧਰ ਤੇ? ਕਿਉਂਕਿ ਕੇਸ ਵੀ ਤਾਂ ਤੁਹਾਡੀ ਸਰਕਾਰ ਹੀ ਦਰਜ ਕਰ ਰਹੀ ਹੈ। ਦੇਖੋ, ਅਸੀਂ ਲੋਕ ਨੁਮਾਇੰਦੇ ਹਾਂ, ਲੋਕ ਸਾਨੂੰ ਚੁਣਦੇ ਨੇ, ਔਰ ਅਸੀਂ ਤਕਰੀਬਨ 24/7 ਅਸੀਂ ਲੋਕਾਂ 'ਚ ਰਹਿੰਦੇ ਹਾਂ, ਔਰ ਲੋਕਾਂ ਦੀ ਨਬਜ਼ ਅਸੀਂ ਪਛਾਣਦੇ ਰਹਿੰਦੇ ਹਾਂ, ਕਿਉਂਕਿ ਹਰ ਸਮੇਂ ਲੋਕਾਂ ਦੇ ਵਿੱਚ ਰਹੀਦਾ, ਤੇ ਲੋਕਾਂ ਤੋਂ ਸਾਨੂੰ ਅਸੀਂ ਭਾਂਪ ਲੈਂਦੇ ਹਾਂ। ਲੋਕਾਂ ਦੇ ਵਿੱਚੋਂ ਇਸ ਤਰ੍ਹਾਂ ਦੀ ਅਗਰ ਸਾਨੂੰ ਸਮੈਲ ਆਏਗੀ ਤਾਂ ਫਿਰ ਤਾਂ ਜ਼ਰੂਰ ਅਸੀਂ ਕਹਾਂਗੇ ਕਿ ਵਾਕਈ ਇਹ ਜਿਹੜੇ ਮਾੜੇ ਲੋਕ ਨੇ, ਇਹਨਾਂ ਦਾ ਜਿਹੜਾ ਹਿਡਨ ਏਜੰਡਾ ਹੈਗਾ ਉਹ ਲੋਕਾਂ 'ਚ ਅੱਜ ਅਸਰ ਕਰ ਰਿਹਾ। ਪਰ ਹਾਲੇ ਤੱਕ ਕੋਈ ਅਸਰ ਇਹਨਾਂ ਦਾ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਇਸ ਕਰਕੇ ਹਾਲੇ ਚਿੰਤਾ ਦੀ ਕੋਈ ਗੱਲ ਨਹੀਂ। ਮੈਂ ਸਵਾਲ ਇਸ ਲਈ ਕੀਤਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਸਾਰੇ ਕੇਸ ਦਰਜ ਹੋਏ, ਜਿਸ ਦੇ ਵਿੱਚ ਬਾਅਦ ਵਿੱਚ ਕੁਝ ਲੋਕ ਨਿਰਦੋਸ਼ ਵੀ ਪਾਏ ਗਏ ਕਿ ਉਹਨਾਂ ਤੇ ਗਲਤ ਕੇਸ ਦਰਜ ਹੋ ਗਿਆ ਸੀਗਾ, ਔਰ
ਆਮ ਤੌਰ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਕਜੁੱਟ ਹੋ ਕੇ ਇੰਨੀ ਗੱਲ ਕਹੀ ਕਿ ਇਹ ਟਾਰਗੇਟ ਕੀਤਾ ਜਾ ਰਿਹਾ ਹੈਗਾ। ਇਹ ਇਸ ਤਰ੍ਹਾਂ ਦੇ ਨਾਲ ਟਾਰਗੇਟ ਹੋ ਰਿਹਾ ਜਿਹਦੇ ਨਾਲ ਦੁਬਾਰਾ ਅੱਤਵਾਦ ਰਿਵਾਈਵ ਹੋ ਸਕਦਾ, ਕਿਉਂਕਿ ਪੁਲਿਸ ਦੀਆਂ ਧੱਕੇਸ਼ਾਹੀਆਂ ਦੇ ਕਰਕੇ ਹੀ ਕੁਝ ਲੋਕ ਖਾੜਕੂਵਾਦ ਵੱਲ ਵੀ ਗਏ ਸੀ। ਇਸ ਗੱਲ 'ਚ ਵੀ ਸੱਚਾਈ ਹੈਗੀ ਹੈ, ਕੁਝ ਲੋਕਾਂ ਦੇ ਨਾਲ ਪੁਲਿਸ ਨੇ ਵਾਕਈ ਜ਼ਾਤੀਆਂ ਕੀਤੀਆਂ ਸੀਗੀਆਂ। ਇਸ ਰੌਸ਼ਨੀ ਦੇ ਵਿੱਚ ਤੁਹਾਨੂੰ ਮੈਂ ਸਵਾਲ ਕਰ ਰਿਹਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ UAPA ਵਰਗਾ ਕਾਨੂੰਨ ਵੀ ਇੱਕ ਪਾਸੇ ਖੜਾ ਹੈਗਾ, ਲੋਕਾਂ ਤੇ ਕੇਸ ਵੀ ਦਰਜ ਹੋ ਰਿਹਾ, ਦੂਸਰੇ ਪਾਸੇ ਤੁਸੀਂ ਹਜੇ ਇਹ ਸੋਚ ਰਹੇ ਹੋ ਕਿ ਹਜੇ ਉਹਨਾਂ ਅੰਡਰ ਕਰੰਟ ਨਹੀਂ ਹੈਗਾ ਕਿ ਇਸ ਤੇ ਐਕਸ਼ਨ ਲਿਆ ਜਾ ਸਕੇ, ਫਿਰ ਤੁਹਾਡੀ ਹੀ ਅਸੈਸਮੈਂਟ 'ਚ ਕਿਤੇ ਗਲਤੀ ਹੋ ਸਕਦੀ ਹੈ? ਦੇਖੋ, ਜਿਹੜੇ ਲੋਕਾਂ ਦੇ ਕੋਈ ਕੇਸ ਦਰਜ ਹੋਏ ਨੇ, ਉਹਨਾਂ ਦੀ ਕਿਤੇ ਨਾ ਕਿਤੇ ਅਗਰ ਇਨਵੋਲਵਮੈਂਟ ਸ਼ੋ ਹੋਈ ਹੋਏਗੀ ਜਾਂ ਉਹਨਾਂ ਦਾ ਕਿਤੇ ਨਾ ਕਿਤੇ ਨਾਂ ਆਇਆ ਹੋਏਗਾ ਤਾਂ ਉਹਨਾਂ ਤੇ ਐਕਸ਼ਨ ਹੋਇਆ ਹੋਏਗਾ। ਐਵੇਂ ਬਿਨਾਂ ਕਿਸੇ ਗੱਲ ਤੋਂ ਨਹੀਂ ਕੋਈ ਐਸਾ ਵੱਡਾ ਜੋਖਮ ਨਹੀਂ ਕੋਈ ਉਠਾ ਸਕਦਾ। ਸੋ ਇਸ ਕਰਕੇ ਇਹ ਤਾਂ ਜਾਣਬੁੱਝ ਕੇ ਲੋਕਾਂ ਦੇ ਵਿੱਚ ਇੱਕ ਭਰਮ ਪੈਦਾ ਕੀਤਾ ਜਾ ਰਿਹਾ ਕੁਝ ਲੋਕਾਂ ਵੱਲੋਂ ਕਿ ਜਾਣਬੁੱਝ ਕੇ ਪੁਲਿਸ ਜਿਹੜੀ ਆ ਇਹਨਾਂ ਤੇ ਪਰਚਾ ਦਰਜ ਕਰ ਰਹੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਉਹਨਾਂ ਤੇ ਥੋਪਿਆ ਜਾ ਰਿਹਾ। ਪਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਬਹੁਤ ਵੱਡਾ ਅਸਰ ਜਿਹੜਾ ਵਾ ਆਮ ਲੋਕਾਂ 'ਚ ਦਿਖਾਈ ਦੇਊਗਾ। ਅਗਰ ਕੋਈ ਇਸ ਤਰ੍ਹਾਂ ਦੀਆਂ ਗੱਲਾਂ 'ਚ ਸਾਹਮਣੇ ਆਉਂਦਾ ਤਾਂ ਫਿਰ ਸੁਭਾਵਿਕ ਆ ਕਿ ਪੁਲਿਸ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ, ਕਿਉਂਕਿ ਦੇਖੋ ਨਾ, ਏਜੰਸੀਆਂ ਬਹੁਤ ਬੈਠੀਆਂ ਨੇ, ਇਕੱਲੀ ਸਟੇਟ ਪੁਲਿਸ ਤਾਂ ਹੁੰਦੀ ਨਹੀਂ ਜੀ, CID ਵੀ ਆ, ਇੰਟੈਲੀਜੈਂਸ ਬਿਊਰੋ ਵੀ ਆ, ਸੈਂਟਰਲ ਏਜੰਸੀਆਂ ਨੇ ਬਹੁਤ ਸਾਰੀਆਂ। ਤੁਸੀਂ ਅੱਜ ਦੀ ਡੇਟ ਦੇ ਵਿੱਚ ਕਿਸੇ ਨੂੰ ਨਜਾਇਜ਼ ਨਹੀਂ ਫਸਾ ਸਕਦੇ, ਕਿਸੇ ਤੇ ਕੋਈ ਗਲਤ ਪਰਚਾ ਜਿਹੜਾ ਵਾ ਉਹ ਨਹੀਂ ਦਰਜ ਹੋ ਸਕਦਾ, ਇਹ ਮੈਂ ਬੜੇ ਯਕੀਨ ਨਾਲ ਕਹਿ ਸਕਦਾ। ਹਰ ਸਾਲ, ਆਖਰੀ ਸਵਾਲ ਹੈ ਮੇਰਾ, ਹਰ ਸਾਲ ਜਿਸ ਸਮੇਂ ਤੁਸੀਂ ਬੇਅੰਤ ਸਿੰਘ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ ਉਹਨਾਂ ਦੇ ਉੱਥੇ ਸਮਾਰਕ ਤੇ ਚੰਡੀਗੜ੍ਹ ਦੇ ਵਿੱਚ, ਔਰ ਉਸ ਸਮੇਂ ਹਰ ਸਾਲ ਪੈਰਲਰਲੀ ਅਰਦਾਸ ਵੀ ਹੁੰਦੀ ਹੈ ਅਕਾਲ ਤਖਤ ਸਾਹਿਬ ਤੇ ਜਾ ਕੇ ਕੋਈ ਜਥੇਬੰਦੀਆਂ ਕਰਦੀਆਂ ਨੇ। ਇਸ ਵਾਰੀ ਇਹ ਬੰਦ ਦੀ ਕਾਲ ਵੀ ਆ ਗਈ। ਆਖਰੀ ਸਵਾਲ ਹੈਗਾ, ਕਿਸ ਤਰ੍ਹਾਂ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋ? ਇਗਨੋਰ ਕਰ ਦਿੰਦੇ ਹੋ ਜਾਂ ਸੋਚਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਅਸੈਸ ਕਰਦੇ ਹੋ, ਦੇਖਦੇ ਹੋ? ਨਹੀਂ, ਦੇਖੋ, ਦੁੱਖ ਤਾਂ ਹੁੰਦਾ ਜਦੋਂ ਇਸ ਤਰ੍ਹਾਂ ਦੇ ਲੋਕ ਇਹੋ ਜਿਹੀਆਂ ਹਰਕਤਾਂ ਕਰਦੇ ਨੇ, ਕਿਉਂਕਿ ਸੋਸ਼ਲ ਮੀਡੀਆ ਤੇ ਵੀ ਪੈਰਲਰਲੀ ਇਹੀ 1-2 ਦਿਨ 'ਚ ਕੈਂਪੇਨ ਹੋ ਜਾਂਦੀ ਹੈ ਸ਼ੁਰੂ। ਇਹਨਾਂ ਦਿਨਾਂ ਦੇ ਵਿੱਚ ਕੁਝ ਲੋਕ ਜਿਹੜੇ ਐਕਟਿਵ ਹੁੰਦੇ ਨੇ, ਪਰ ਉਹ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕੋਈ ਜ਼ਿਆਦਾ ਸਮਰਥਨ ਨਹੀਂ ਮਿਲਦਾ ਜਾਂ ਹੁੰਗਾਰਾ ਨਹੀਂ ਮਿਲਦਾ ਤਾਂ ਫਿਰ ਉਹ ਦੁਬਾਰਾ ਉਸੇ ਤਰ੍ਹਾਂ ਆਪਣੀ ਨੀਂਦ ਸੌਂ ਜਾਂਦੇ ਨੇ। ਔਰ ਜਦੋਂ ਸਰ ਬੇਅੰਤ ਸਿੰਘ ਜੀ ਦੀ ਬਰਸੀ ਹੁੰਦੀ ਹੈ, ਉੱਥੇ ਹਜ਼ਾਰਾਂ ਲੋਕ ਜਿਹੜੇ ਨੇ, ਜਿਹੜੇ ਅਮਨ ਪਸੰਦ ਨੇ, ਜਿਹੜੇ ਅਮਨ ਨੂੰ ਪਸੰਦ ਕਰਦੇ ਨੇ, ਜਿਹੜੇ ਉਹਨਾਂ ਦੀ ਸੋਚ ਨਾਲ ਜੁੜੇ ਹੋਏ ਨੇ, ਜਿਹੜੇ ਉਹਨਾਂ ਦੀ ਆਈਡੀਓਲੋਜੀ ਨਾਲ ਜੁੜੇ ਹੋਏ ਨੇ, ਉਹ ਲੋਕ ਉੱਥੇ ਪਹੁੰਚਦੇ ਨੇ। ਪਰ ਇਹ ਲੋਕ ਜਿਹੜੇ ਨੇ ਬਹੁਤ, ਮੈਂ ਸਮਝਦਾ ਕਿ ਬਹੁਤ ਥੋੜੇ ਨੇ, ਮੁੱਠੀ ਭਰ ਨੇ। ਸੋ ਇਸ ਕਰਕੇ ਇਹਨਾਂ ਤੋਂ ਕਦੇ ਵੀ ਸਾਨੂੰ ਚੁਣੌਤੀ ਜਿਹੜੀ ਹੈ ਮਹਿਸੂਸ ਨਹੀਂ ਹੋਈ। ਆਖਰੀ ਸਵਾਲ ਯਾਦ ਆ ਗਿਆ, ਮੈਂ ਇੱਕ ਜਾਂਦੇ ਜਾਂਦੇ ਇੱਕ ਆਖਰੀ ਸਵਾਲ, ਤੁਸੀਂ ਕਿਹਾ ਵੀ ਅਸੀਂ ਲੋੜ ਪਈ ਤੇ ਜਥੇਦਾਰ ਹੋਣਾ ਦੇ ਨਾਲ ਵੀ ਗੱਲਬਾਤ ਕਰਾਂਗੇ, ਔਰ ਨਾਲੇ ਤੁਸੀਂ ਦੂਸਰੇ ਪਾਸੇ ਕਹਿ ਰਹੇ ਹੋ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਖਾਲਿਸਤਾਨ ਦੇ ਸਮਰਥਨ ਦੇ ਵਿੱਚ ਨਹੀਂ ਦੇਣੇ ਚਾਹੀਦੇ। ਆਖਰੀ 2 ਸ਼ਬਦਾਂ ਦੇ ਵਿੱਚ ਜਵਾਬ ਦਿਓ, ਕਿਆ ਤੁਸੀਂ ਪਹਿਲ ਕਰੋਗੇ ਉਹਨਾਂ ਨੂੰ ਮਿਲਣ ਦੀ, ਜਾਂ ਤੁਹਾਨੂੰ ਭਰੋਸਾ ਹੈਗਾ ਅਗਰ ਤੁਸੀਂ ਮਿਲਣਾ ਚਾਹੋਗੇ ਤੇ ਉਹ ਤੁਹਾਡੇ ਨਾਲ ਮਿਲਣਗੇ? ਕਿਉਂਕਿ ਨਾਲੇ ਤੁਸੀਂ ਦੂਸਰੇ ਪਾਸੇ ਵੀ ਕਹਿ ਰਹੇ ਹੋ ਕਿ ਉਹ ਸਮਰਥਨ ਕਰਦੇ ਨੇ ਖਾਲਿਸਤਾਨ ਦੀ ਮੰਗ ਦਾ। ਬਿਲਕੁਲ ਮਿਲੂੰਗਾ। ਅਗਰ ਪੰਜਾਬ ਦੀ ਅਮਨ ਸ਼ਾਂਤੀ ਲਈ, ਪੰਜਾਬ ਦੇ ਭਲੇ ਲਈ ਉਹਨਾਂ ਕੋਲ ਜਾਣਾ ਪਿਆ ਤਾਂ ਜ਼ਰੂਰ ਮੈਂ ਜਾਊਂਗਾ, ਔਰ ਸਾਡਾ ਪਰਿਵਾਰ ਵੀ ਇਸ ਗੱਲੋਂ ਅੱਗੇ ਹੋ ਕੇ ਇਸ ਗੱਲ ਦੀ ਪੈਰਵੀ ਕਰੂਗਾ ਕਿ ਪੰਜਾਬ ਦੇ ਲਈ ਆਪਾਂ ਸਾਰੇ ਭਲੇ ਦੀ ਗੱਲ ਕਰੀਏ, ਪੰਜਾਬ ਦੀ ਅਮਨ ਸ਼ਾਂਤੀ ਨੂੰ ਆਪਾਂ ਬਰਕਰਾਰ ਰੱਖੀਏ। ਬਿਲਕੁਲ ਜਥੇਦਾਰ ਸਾਹਿਬ ਨੂੰ ਅਗਰ ਸਾਨੂੰ ਮਿਲਣਾ ਪਿਆ ਤਾਂ ਜ਼ਰੂਰ ਜਾਵਾਂਗੇ। ਬਹੁਤ ਬਹੁਤ ਧੰਨਵਾਦ ਕੋਟਲੀ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ। ਤੋਂ ਸਨ ਗੁਰਕੀਰਤ ਸਿੰਘ ਕੋਟਲੀ, ਜਿਹੜੇ ਆਖ ਰਹੇ ਨੇ ਕਿ ਲੋੜ ਪਈ ਤੇ ਜਥੇਦਾਰ ਉਹਨਾਂ ਨੂੰ ਮਿਲਣਗੇ। ਹਾਲਾਂਕਿ ਇਹਨਾਂ ਦੇ ਭਰਾ ਰਵਨੀਤ ਸਿੰਘ ਬਿੱਟੂ ਇਹ ਗੱਲ ਕਹਿੰਦੇ ਨੇ ਕਿ ਖਾਲਿਸਤਾਨ ਦੀ ਸਮਰਥਨ ਦੇ ਵਿੱਚ ਬਿਆਨ ਦੇਣ ਦੇ ਪਿੱਛੇ ਜਾਂ ਅਜਿਹੀਆਂ ਹੋਰ ਘਟਨਾਵਾਂ ਦੇ ਪਿੱਛੇ ਉਹ ਜਥੇਦਾਰ ਹੋਣਾ ਤੇ ਹੀ ਨਿਸ਼ਾਨਾ ਲਾਉਂਦੇ ਨੇ। ਕਈ ਸਾਰੇ ਟਵੀਟਸ ਉਹ ਕਰ ਚੁੱਕੇ ਨੇ। ਪਰ ਦੂਸਰੀ ਗੱਲ ਇਹ ਹੈਗੀ ਕਿ ਬੇਅੰਤ ਸਿੰਘ ਹੋਣਾ ਦੀ ਬਰਸੀ ਦੇ ਉੱਤੇ ਜਿਹੜੀ 6 ਫॉर ਜਸਟਿਸ ਵੱਲੋਂ ਪੰਜਾਬ ਦੇ ਵਿੱਚ ਬੰਦ ਦੀ ਕਾਲ ਕੀਤੀ ਗਈ ਸੀ, ਉਹ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਪੰਜਾਬੀਆਂ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਇੱਕ ਵਾਰ ਫਿਰ ਤੋਂ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਬਹੁਤ ਬਹੁਤ ਧੰਨਵਾਦ ਕੋਟਲੀ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ, ਸਾਨੂੰ ਟਾਈਮ ਦੇਣ ਦੇ ਲਈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਦੇਖਦੇ ਰਹੋ ਦੈਨਿਕ ਸਵੇਰਾ ਨਿਊਜ਼। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।